ਭੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹੋ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹੋ। ਭੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹੋ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹੋ। ਓਟ ਗੋਬਿੰਦ ਗੋਪਾਲ ਰਾਏ, सेवा स्वामी लाहो। बिखिया पोह न सके, मिल साधु गुण गाहो। जह ते उपजी तह मिली, सच्ची प्रीत समाहो। कर गह लीनी पार ब्रह्म, बोहड़ न बिछड़ी आहो। बार जाओ लख वेरिया, हर सज्जन अगम गाहो। सरम पई नारायण, नानक दर पई आहो। भोग सुहंदा सर्व सुख, जिस बख्शे बेपरवाहो। सरम पई नारायण, नानक दर पई आहो। भोग सुहंदा सर्व सुख, जिस बख्शे बेपरवाहो। वाहिगुरु जी का खालसा, वाहिगुरु जी की फतेह। परम पवित्र सतगुरां दी साजी नवाजी गुरु रूप साध संगत जीओ। सतगुरु जी की महान किरपालता हुई है कि मगर महीना कल पूरा होया है। अज पो महीना आरंभ होया है। सियाने पुरशों ने समय की वंड की है। 12 महीने 6 रुतां हन। इस तरह समय की बहुत तरह वंड की हुई है। घड़ियाँ क्लॉक भी बनाए है, जिहड़े समय नाल चलदियां दसदियां हुण किन्ने घंटे हो गए, किन्ने मिनट आ, किन्ने सेकंड आ। ते प्रकृति ने भी नियम अपने रखे हुए हैं। ते रुतां भी बदलदियां, महीने भी इस तरह आउंदे हैं। अज जो महीना आरंभ हो रहा है, ये पोह दा महीना है। गुरसिखां विच तां इस महीने दे विच श्री आनंदपुर साहिब दे घेरे, श्री आनंदपुर साहिब दा त्याग, फिर दुश्मनों ने झूठियां कसमां खा के फिर धोखे ना हमले वगैरह करने, आनंदपुर साहिब दा जंग रस्ते विच, और परिवार विछोड़े, भट्ठा साहिब, चमकौर साहिब, फतेहगढ़ साहिब, मुक्तसर साहिब दे ये शहीदी साकियां दे नाल महीना जिहड़ा भरिया पिया है। कि किस तरह महाराज सच्चे पातशाह ने धर्म विच रहिंदियां, धर्म युद्ध लड़दियां, कैसे सूरवीर सिंह, 5 प्यारे, 4 साहिबजादे, 40 मुक्ते, कैसा उन्हां दा इतिहास है। कितनी ठंड पैंदी है। फिर उस वेले गुरसिख माई भाई
ਕਿਸ ਤਰ੍ਹਾਂ ਧਰਮ ਵਿੱਚ ਰਹਿ ਕੇ ਸਿਦਕ ਪਾਲਿਆ। ਇਹ ਗੁਰਸਿੱਖਾਂ ਦਾ ਬੜਾ ਸ਼ਹੀਦਾਂ ਦੇ ਇਤਿਹਾਸ ਨਾਲ ਮਹੀਨਾ ਹੈ ਕਿ ਰੁੱਤਾਂ ਆਉਂਦੀਆਂ, ਕੋਈ ਸ਼ੇਸ਼ਰ ਰੋਤਿਆ, ਕੋਈ ਗਰੀਖਮ ਰੋਤਿਆ, ਕੋਈ ਪਾਵਸ ਰੋਤਿਆ, ਬਸੰਤ ਰੁੱਤ ਵਗੈਰਾ ਇਸ ਤਰ੍ਹਾਂ ਬਦਲਦੀਆਂ ਰਹਿੰਦੀਆਂ। ਹੁਣ ਇਹ ਜਿਹੜੇ ਪੋਹ ਅਤੇ ਮਾਘ ਹੈ, ਬੜੇ ਠੰਡ ਵਾਲੇ ਮਹੀਨੇ ਹੈਗੇ ਆ। ਸੋ ਗੁਰੂ ਮਹਾਰਾਜ ਨੇ ਤੁਖਾਰੀ ਰਾਗ ਦੇ ਵਿੱਚ ਵੀ ਪਹਿਲੇ ਪਾਤਸ਼ਾਹ ਜੀ ਨੇ ਵਿਚਾਰ ਬਖਸ਼ੀ ਹੈ। ਪੰਜਮ ਪਾਤਸ਼ਾਹ ਜੀ ਨੇ ਮਾਝ ਰਾਗ ਦੇ ਵਿੱਚ ਇਹ 12 ਮਹੀਨਿਆਂ ਦੀ ਬਾਣੀ ਵਿੱਚ ਜੁਦੇ ਜੁਦੇ ਮਹੀਨਿਆਂ ਦੀ ਵਿਚਾਰ ਬਖਸ਼ਿਸ਼ ਕੀਤੀ ਹੈ। ਇਸ ਬਾਣੀ ਦਾ ਸਿਰਲੇਖ ਵੀ 12 ਮਹਾਂ ਹੈ, 12 ਮਹੀਨੇ। ਪਰ ਜੇ ਆਪਾਂ 12 ਮਹਾਂ ਦਾ ਪਾਠ ਕਰੀਏ ਤੇ ਪੌੜੀਆਂ 14 ਆ। ਇਹ ਕੋਈ ਸ਼ੰਕਾ ਕਰੇ ਵੀ ਉੱਤੇ 12 ਮਹਾਂ ਲਿਖਿਆ ਤੇ ਪੌੜੀਆਂ 14 ਆ। ਪਹਿਲੀ ਪੌੜੀ 'ਚ ਬਾਣੀ ਆਰੰਭ ਕਰਨ ਤੋਂ ਮੰਗਲਾਚਰਨ ਕੀਤਾ ਹੈ। ਫਿਰ 12 ਮਹੀਨਿਆਂ ਦੀ ਵਿਚਾਰ ਹੈ। ਆਖਰੀ ਜਿਹੜੀ 14ਵੀਂ ਪੌੜੀ ਹੈ, ਉਹਦੇ 'ਚ ਬਾਣੀ ਦਾ ਫਲਾਦੇਸ਼ ਮਹਾਤਮ ਲਿਖਿਆ ਹੋਇਆ। ਇਸ ਕਰਕੇ ਇਹ 14 ਪੌੜੀਆਂ ਹੈਗੀਆਂ। ਕਿਉਂਕਿ ਜਿਹੜੇ ਸਿਆਣੇ ਪੁਰਸ਼ ਆ ਉਹ ਮੰਗਲਾਚਰਨ ਕਰਦੇ ਆ, ਗੁਰੂ ਪੀਰ ਨੂੰ ਮਨਾਉਂਦੇ ਆ। ਨਹੀਂ ਤਾਂ ਫਿਰ ਹੁੰਦਾ ਵੀ ਗ੍ਰੰਥ ਕਰਤਾ ਜਾਂ ਬਾਣੀ ਦੀ ਰਚਨਾ ਕਰਨ ਵਾਲਾ ਨਾਸਤਕ ਬਿਰਤੀ ਦਾ ਤਾਂ ਨਹੀਂ। ਇਹ ਦੋਸ਼ ਦੀ ਭ੍ਰਾਂਤੀ ਵਾਸਤੇ ਫਿਰ ਆਪਣੇ ਇਸ਼ਟ ਗੁਰੂ ਨੂੰ ਧਿਆਉਣਾ, ਇਹ ਮਹਾਂਪੁਰਖਾਂ ਦੇ ਨਿਯਮ ਹੈਗੇ। ਤੁਖਾਰੀ ਰਾਗ ਵਿੱਚ ਹੈ ਪੋਖ ਤੁਖਾਰ ਪੜੈ ਬਣ ਤ੍ਰਿਣ ਰਸ ਸੁਖ ਹੈ। ਕਹਿੰਦੇ ਪੋਹ ਦੇ ਮਹੀਨੇ ਵਿੱਚ ਇਤਨੀ ਤੁਖਾਰ ਸਰਦੀ ਪੈਂਦੀ ਹੈ ਕਿ ਜੰਗਲਾਂ ਦੇ ਦਰਖਤ ਜਿਹੜੇ ਹੈ, ਤ੍ਰਿਣ ਘਾਸ ਫੂਸ ਹੈ, ਜਿੰਨੇ ਬੂਟੇ ਹੈ, ਉਹ ਠੰਡ ਜਿਹੜੀ ਉਹਨਾਂ ਦੇ ਰਸ ਨੂੰ ਸੁਕਾ ਦਿੰਦੀ ਹੈ। ਸੁੱਖ ਹੈ ਮੈਨੇ ਸੁਕਾਉਣਾ। ਤ੍ਰਿਣ ਤੀਲਾ ਘਾਹ ਫੂਸ ਬਣ ਜੰਗਲ ਆਵਤ ਕੀ ਨਾਹੀਂ ਮਨ ਤਨ ਬਸ ਹੈ ਮੁਖ ਹੈ। ਇਸ ਤਰ੍ਹਾਂ ਤੁਖਾਰੀ ਰਾਜ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਆ। ਕਹਿੰਦੇ ਇਹ ਪਿਆਰਿਓ, ਤੂੰ ਆਉਂਦਾ ਕਿਉਂ ਨਹੀਂ? ਮੇਰੇ ਮਨ ਤੇ ਤਨ ਵਿੱਚ ਉਹ ਨਿਰੰਕਾਰੀ ਨਿਵਾਸ ਕਰ ਰਿਹਾ ਹੈ। ਅਥਵਾ ਸਵਾਸ ਸਵਾਸ ਤੈਨੂੰ ਹਾਂਜੀ ਯਾਦ ਕਰਨਾ ਚਾਹੀਦਾ। ਪ੍ਰਤੱਖ ਰੂਪ ਵਿੱਚ ਵੀ ਉਹ ਦਰਸ਼ਨ ਕਿਉਂ ਨਹੀਂ ਦਿੰਦਾ? ਕਿਉਂਕਿ ਦਰਸ਼ਨ ਤਾਂ ਉਹ ਦੇਵੇਗਾ ਜੇ ਤੇਰਾ ਹਿਰਦਾ ਸ਼ੁੱਧ ਹੋ ਜਾਏਗਾ। ਸਰੀਰ ਦੀ ਸਫਲਤਾ ਸੇਵਾ ਨਾਲ ਆ, ਪਰ ਪੁਕਾਰ ਆ ਕੁਰਬਾਨੀ ਆ। ਤੇ ਜਿਹੜਾ ਮਨ ਬੁੱਧੀ ਇਹ ਸਿਮਰਨ ਗਿਆਨ ਦੁਆਰਾ ਉਜਲ ਹੁੰਦੇ ਆ। ਮਨ ਤਨ ਰਵ ਰਹਿਆ ਜਗ ਜੀਵਨ ਗੁਰ ਸਬਦੀ ਰੰਗ ਮਾਣੇ। ਕਹਿੰਦੇ ਜਿਨ੍ਹਾਂ ਦੇ ਮਨ ਔਰ ਤਨ ਵਿੱਚ ਜਗ ਦਾ ਜੀਵਨ ਆਸਾ ਰੂਪੀ ਪਰਮੇਸ਼ਰ ਜਿਹੜਾ ਹੈ ਉਹ ਬਸ ਰਿਹਾ। ਤੇ ਗੁਰੂ ਦੇ ਉਪਦੇਸ਼ ਦੁਆਰਾ
ਜਿਹੜਾ ਆਤਮਾ ਆਨੰਦ, ਇਹ ਰੰਗੂ ਦਾ ਪਿਆਰ ਆ, ਇਹ ਮਾਣਿਆ ਜਾਂਦਾ ਹੈ। ਹੋਰ ਕੋਈ ਤਰੀਕਾ ਨਹੀਂ ਹੈ। ਅੰਡੇ ਜੇਰਜ ਸੇਤਜ ਉਤਪਜ, ਘਟ ਘਟ ਜੋਤ ਤੁਮਾਰੀ। ਇਹ ਚਾਰ ਤਰ੍ਹਾਂ ਦੀਆਂ ਖਾਣੀਆਂ ਨੇ। ਆਂਡਿਆਂ ਤੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ ਹੈ, ਜੇਰ ਤੋਂ, ਸੇਤਜ ਪਸੀਨੇ ਤੋਂ, ਉਤਪਜ ਧਰਤੀ ਵਿੱਚੋਂ ਪੈਦਾ ਹੋਣ ਵਾਲੀ ਹੈ। ਘਟਾਂ ਘਟਾਂ ਸਾਰਿਆਂ ਦੇ ਹਿਰਦਿਆਂ 'ਚ ਉਹਦੀ ਜੋਤ ਸਮਾਈ ਹੋਈ ਹੈ। ਦਰਸ਼ਨ ਦਿਓ ਦਇਆਪਤ ਦਾਤੇ, ਗਤ ਪਾਵੋਂ ਮਤ ਦਿਓ। ਇਹ ਦਇਆ ਦੇ ਪਤੀ ਮਾਲਕ, ਬੇਨਤੀ ਹੈ ਸਾਨੂੰ ਆਪਣਾ ਦਰਸ਼ਨ ਦਿਓ। ਜੇ ਸ੍ਰੇਸ਼ਟ ਮਤ ਦੇ ਦਿਓ ਅਤੇ ਅਸੀਂ ਫਿਰ ਗਤ ਜਿਹੜਾ ਗਤੀ ਆ ਕਲਿਆਣ ਨੂੰ ਪ੍ਰਾਪਤ ਕਰ ਸਕਦੇ ਹਾਂ। ਨਾਨਕ ਰੰਗ ਰਵੈ ਰਸ ਰਸੀਆ, ਹਰ ਸਿਉ ਪ੍ਰੀਤ ਸੁਨੇਹੋ। ਮਹਾਰਾਜ ਕਿਰਪਾ ਕਰਦੇ ਹੈ, ਕਹਿੰਦੇ ਜਿਨ੍ਹਾਂ ਦਾ ਨਾਨਕ ਰੰਗ ਰਵੈ ਰਸ ਰਸੀਆ, ਉਹਦੇ ਰਸ ਦਾ ਰਸੀਆ ਹੋ ਕੇ ਜਿਹੜਾ ਉਹਦੇ ਰੰਗ ਆਨੰਦ ਨੂੰ ਮਾਣਦਾ ਆ, ਕਹਿੰਦੇ ਫਿਰ ਉਹਦੀ ਹਰੀ ਨਾਲ ਪ੍ਰੀਤੀ ਆ, ਉਹਦੇ ਨੇ ਉਹਦਾ ਸਨੇਹ ਆ, ਪਿਆਰ ਆ। ਅਤੇ ਜਿਹਦੀ ਉਹਦੇ ਨਾਲ ਪ੍ਰੀਤੀ ਆ, ਉਹਦੇ ਨਾਲ ਸਨੇਹ ਆ, ਉਹੀ ਰੰਗ ਪ੍ਰੇਮ ਨੂੰ ਅਤੇ ਆਤਮਾ ਰਸ ਦਾ ਰਸੀਆ ਹੋ ਕੇ ਉਹਦੇ ਰਸ ਨੂੰ ਉਹ ਮਾਣਦਾ। ਹੋਰ ਤਾਂ ਕੋਈ ਤਰੀਕਾ ਹੈ ਹੀ ਨਹੀਂ। ਇਹੀ ਤਰੀਕਾ ਹੈ ਵੀ ਉਸ ਆਨੰਦ ਨੂੰ ਮਾਣਨ ਵਾਸਤੇ ਆਪੇ ਇਹ ਆਤਮ ਰਸ ਵਾਲਾ ਰਸੀਆ ਬਣ ਜਾਏ। ਹੁਣ ਦੂਸਰਾ ਮਾਝ ਰਾਗ ਦੇ ਵਿੱਚ ਪਾਤਸ਼ਾਹ ਕਿਰਪਾ ਕਰਦੇ ਆ ਕਿ ਉਸ ਪਰਮਾਤਮਾ ਦੇ ਅੱਗੇ ਬੇਨਤੀ ਹੈ ਕਿ ਆਪ ਕਿਰਪਾ ਕਰੋ। ਪੋਖ ਤੁਖਾਰ ਨਾ ਵਿਆਪਈ, ਉਹਨਾਂ ਨੂੰ ਪੋਹ ਮਹੀਨੇ ਦੀ ਤੁਖਾਰ ਠੰਡੀ ਜਿਹੜੀ ਇਹ ਨਹੀਂ ਵਿਆਪਦੀ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ। ਅਤੇ ਜਿਨ੍ਹਾਂ ਨੂੰ ਕੰਠ ਦੇ ਵਿੱਚ ਹਰੀ ਪਰਮੇਸ਼ਰ ਦਾ ਨਾਮ ਮਿਲਿਆ, ਉਹਨਾਂ ਨੂੰ ਫਿਰ ਠੰਡੀ ਨਹੀਂ ਵਿਆਪਦੀ। ਠੰਡ ਹੁੰਦੀ ਤਾਂ ਹੈਗੀ ਹੈ, ਪਰ ਉਹਨਾਂ ਦੇ ਅੰਦਰ ਵਿਸ਼ਵਾਸ ਦ੍ਰਿੜਤਾ ਐਸੀ ਹੈ, ਉਹ ਪਰਵਾਹ ਨਹੀਂ ਕਰਦੇ, ਕਿਉਂਕਿ ਪਰਮੇਸ਼ਰ ਦੇ ਨਾਮ ਨਾਲ ਸੁਰਤੀ ਬਿਰਤੀ ਜੁੜੀ ਹੋਈ ਹੈ, ਅੰਦਰ ਬਰਾਗ ਹੈਗਾ। ਬਾਕੀ ਗਰਮੀ ਸਰਦੀ ਅਸਰ ਤਾਂ ਪਾਉਂਦੀ ਹੈ, ਸਰੀਰ 'ਤੇ ਮਨ 'ਤੇ ਵੀ ਪ੍ਰਭਾਵ ਆ, ਪਰ ਉਹਨਾਂ ਦੇ ਅੰਦਰ ਦ੍ਰਿੜ ਵਿਸ਼ਵਾਸ ਪਿਆਰ ਹੋਣ ਦੇ ਕਾਰਨ ਉਹ ਆਪਣੇ ਲਗਨ ਦੇ ਵਿੱਚ ਹੀ ਤੁਰੇ ਜਾਂਦੇ ਆ। ਹੁਣ ਜਿਵੇਂ ਦੇਖੋ ਹੇਮਕੁੰਟ ਦੀ ਯਾਤਰਾ ਨੂੰ ਸੰਗਤਾਂ ਜਾਂਦੀਆਂ ਅਤੇ ਉੱਥੇ ਹੁਣ ਕਿੰਨੀ ਬਰਫ ਆ, ਅਤੇ ਮਹਾਰਾਜ ਨੇ ਦੱਸਿਆ ਵੀ ਅਸੀਂ ਇੱਥੇ ਤਪੱਸਿਆ ਕੀਤੀ ਹੈ, ਜਾਂ ਹੋਰ ਕਈ ਰਿਸ਼ੀ ਮੁਨੀ ਪਹਾੜਾਂ 'ਚ ਰਹਿੰਦੇ ਆ, ਕਿਉਂਕਿ ਕੰਠ ਵਿੱਚ ਪਰਮੇਸ਼ਰ ਦਾ ਨਾਮ ਮਿਲਿਆ ਹੋਇਆ। ਉਹ ਨਾਮ ਦਾ ਅਭਿਆਸ ਕਰਕੇ ਉਹਨਾਂ ਦੀ ਲਗਨ ਇੰਨੀ ਦ੍ਰਿੜ ਹੋ ਜਾਂਦੀ ਹੈ, ਉਹ ਗਰਮੀ ਸਰਦੀ ਦਾ ਭੁੱਖ ਪਿਆਸ ਦਾ ਮਾਨ ਅਪਮਾਨ ਦਾ ਪਰਵਾਹ ਹੀ ਨਹੀਂ ਕਰਦੇ ਹੈਗੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਦਾ ਜੀਵਨ ਬਚੀਏ ਕਿ ਜਦੋਂ ਹੁਣ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਬਿਆਸ ਤੋਂ ਜਲ ਲੈਣ ਲਈ ਆਉਂਦੇ ਸੀ। ਗਰਮੀ ਰੁੱਤ ਵੀ ਆਉਂਦੀ ਹੈ, ਸਰਦੀ ਵੀ ਆਉਂਦੀ ਹੈ, ਹੋਰ ਰੁੱਤਾਂ ਵੀ ਆਉਂਦੀਆਂ, ਪਰ ਜਿਹੜਾ ਉਹਨਾਂ ਦੇ ਅੰਦਰ ਸਿਦਕ ਭਰੋਸਾ ਦ੍ਰਿੜ ਵਿਸ਼ਵਾਸ ਸੀ, ਉਹਦੇ ਕਾਰਨ ਉਹਨੇ ਗਰਮੀ ਹੈ ਚਾਹੇ ਪੋਹ ਦੀ ਸਰਦੀ ਹੈ, ਇਹ ਨਹੀਂ ਵਿਆਪਦੀ ਸੀ। ਕੰਠ ਗੁਰੂ ਦਾ ਪਿਆਰ ਅਤੇ ਨਾਮ ਮਿਲਿਆ ਸੀ। ਹਰੀ ਨਾ ਹੋ, ਜਿਹੜਾ ਹਰੀ ਸਾਰਿਆਂ ਦਾ ਨਾ ਹੋ ਮਾਲਕ ਆ,
ਉਹਦਾ ਸਿਮਰਨ ਕੰਠ ਵਿੱਚ ਸੀ। ਹਰ ਵੇਲੇ ਰਸਨਾ ਨਾਲ ਨਾਮ ਜਪਦੇ ਸੀ। ਉਹ ਨਾਮ ਦੀ ਦ੍ਰਿੜ ਪ੍ਰੀਤੀ ਕਰਕੇ ਕਦੀ ਡਲਾਇਮਾਨ ਨਹੀਂ ਸੀ ਹੁੰਦੇ। ਹੁਣ ਸਿੰਘਾਂ ਦਾ ਜੀਵਨ ਸ਼੍ਰੀ ਅਨੰਦਪੁਰ ਸਾਹਿਬ ਲੈ ਲਓ, ਚਮਕੌਰ ਦਾ ਜੰਗ ਹੋਇਆ, ਉਹ ਪਰਮੇਸ਼ਰ ਦੇ ਨਾਂ ਦੀ ਬਰਕਤ ਨਾਲ ਲੱਖਾਂ ਫੌਜਾਂ ਦੇ ਘੇਰੇ ਪਏ ਆ, ਫਿਰ ਵੀ ਪਰਵਾਹ ਨਹੀਂ ਕੀਤੀ। ਵੱਡੇ ਸਾਹਿਬਜ਼ਾਦੇ ਆ, ਪੰਜਾਂ ਪਿਆਰਿਆਂ 'ਚੋਂ 3 ਪਿਆਰੇ ਆ, ਭਾਈ ਮੋਹਕਮ ਸਿੰਘ, ਹਿੰਮਤ ਸਿੰਘ, ਸਾਹਬ ਸਿੰਘ, ਉਹ 40 ਸਿੰਘ ਸ਼ਹੀਦੀਆਂ ਪਾਈਆਂ। ਕਿੱਥੋਂ ਆਨੰਦਪੁਰੋਂ ਤੁਰੇ ਆ, ਲੱਖਾਂ ਫੌਜਾਂ ਦਾ ਘੇਰਾ ਆ, ਕੰਠ ਪਰਮੇਸ਼ਰ ਦਾ ਨਾਮ ਮਿਲਿਆ ਕਰਕੇ ਉਹਨਾਂ ਨੂੰ ਇਹ ਪੋਹ ਦੀਆਂ ਜਿਹੜੀਆਂ ਠੰਡਾਂ ਸੀਆਂ ਇਹ ਨਹੀਂ ਵਿਆਪੀਆਂ। ਮਨ ਵੇਦਿਆ ਚਰਨਾਰ ਬਿੰਦ, ਜਿਹੜਾ ਆਪਣਾ ਮਨ ਸੀ ਗੁਰੂ ਦੇ ਚਰਨਾਂ ਦੇ ਪਿਆਰ 'ਚ ਉਹਨੇ ਵੇਦਿਆ ਬਿਨਿਆ ਹੋਇਆ ਹੈ। ਕਿਉਂਕਿ ਜਦੋਂ ਕੋਈ ਚੀਜ਼ ਬਿੰਨੀ ਜਾਂਦੀ ਨਾ, ਉਹ ਇੱਕ ਥਾਂ ਫਿਰ ਟਿਕ ਜਾਂਦੀ ਹੈ, ਮੇਖ ਲਾਦੀ ਉੱਥੇ ਜੜੀ ਜਾਂਦੀ ਹੈ। ਇਸ ਤਰ੍ਹਾਂ ਉਹਨੇ ਆਪਣਾ ਜਿਹੜਾ ਮਨ ਸੀ ਉਹ ਗੁਰੂ ਦੇ ਚਰਨਾਂ ਦੇ ਪਿਆਰ ਦੇ ਵਿੱਚ ਹਾਂਜੀ ਬਿਨਿਆ ਹੋਇਆ ਸੀ। ਚਰਨਾਰ ਬਿੰਦ, ਚਰਨ ਕਮਲਾਂ ਨਾਲ ਦਰਸ਼ਨ ਲਗੜਾ ਸਾਹੋ, ਅਤੇ ਸਾਹੋ ਜਿਹੜਾ ਮਾਲਕ ਆ ਹਾਂਜੀ ਉਹਦੇ ਦਰਸ਼ਨ ਦੀ ਲਗਨ ਜਿਹੜੀ ਉਹਨਾਂ ਨੂੰ ਲੱਗੀ ਹੋਈ ਸੀ। ਜਿਹੜਾ ਸਾਰਿਆਂ ਦਾ ਸਾਹੋ ਮਾਲਕ ਆ, ਅਤੇ ਉਹਨਾਂ ਦੇ ਅੰਦਰ ਭਾਵਨਾ ਸੀ ਕਿ ਸਾਨੂੰ ਮਹਾਰਾਜ ਦਾ ਕਦੋਂ ਦਰਸ਼ਨ ਦੀਦਾਰ ਹੋਵੇ, ਕਦੋਂ ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਇਸ ਕਰਕੇ ਫਿਰ ਉਹ ਐਸੀ ਦ੍ਰਿੜ ਲਗਨ ਦੇ ਵਿੱਚ ਲੱਗ ਜਾਂਦੇ ਆ। ਉਹਨਾਂ ਨੂੰ ਉਹ ਸਾਰਾ ਕੁਛ ਜਿਹੜਾ ਭੁੱਲ ਭੁਲਾ ਜਾਂਦਾ, ਇੱਕ ਪਰਮੇਸ਼ਰ ਦਾ ਨਾਮ ਹੀ ਚੇਤੇ ਹੁੰਦਾ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ, ਗੋ ਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ ਕਿਆ, ਉਹਦੀ ਉਹਨਾਂ ਨੂੰ ਓਟ ਆ, ਉਹਦਾ ਹੀ ਆਸਰਾ ਆ। ਗੋਪਾਲ ਰਾਏ, ਗੋ ਜਿਹੜਾ ਪ੍ਰਿਥਵੀ ਦਾ ਪਾਲ ਪਾਲਕ, ਰਾਏ ਮੈਨੇ ਰਾਜਾ ਰੂਪ ਹੈ, ਪ੍ਰਕਾਸ਼ ਰੂਪ ਆ। ਸੇਵਾ ਸੁਆਮੀ ਲਾਹੋ, ਉਹਨਾਂ ਦੀ ਸੇਵਾ ਕਰਕੇ ਉਹ ਲਾਹੋ ਮੈਨੇ ਲਾਹਾ ਖੱਟਦੇ ਆ। ਕਿਉਂਕਿ ਆਮ ਸੰਸਾਰੀ ਬੰਦੇ ਹੁੰਦੇ ਆ ਵੀ ਮਾਇਆ ਚੰਗੀ ਕਮਾ ਲਈ, ਲਾਭ ਹੋ ਗਿਆ, ਘਾਟਾ ਪੈ ਗਿਆ, ਨੁਕਸਾਨ ਹੋ ਗਿਆ, ਇਹ ਆ। ਪਰ ਜਿਹੜੇ ਗੁਰਮੁਖ ਪਿਆਰੇ ਆ ਉਹ ਫਿਰ ਪਰਮੇਸ਼ਰ ਦੀ ਓਟ ਲੈ ਕੇ ਸੇਵਾ ਕਰਕੇ ਲਾਹੋ ਮੈਨੇ ਲਾਹਾ ਪ੍ਰਾਪਤ ਕਰਦੇ ਹਨ। ਜਾਂ ਨਾਮ ਜਪਣ ਰੂਪੀ ਲਾਹਾ ਲੈਂਦੇ ਆ, ਜਾਂ ਕਥਾ ਕੀਰਤਨ ਸੁਣ ਰੂਪੀ ਲਾਹਾ ਲੈਂਦੇ ਆ, ਬਾਣੀ ਪੜ੍ਹਨ ਦਾ ਲਾਹਾ ਲੈਂਦੇ ਆ, ਸਤਸੰਗ ਦਾ ਲਾਹਾ ਲੈਂਦੇ ਆ। ਉਹ ਕਹਿੰਦੇ ਇਹਨਾਂ ਗੱਲਾਂ 'ਚ ਲਾਹਾ। ਜਿਹੜੇ ਸੰਸਾਰੀ ਲੋਕ ਆ ਉਹ ਫਿਰ ਜਿਵੇਂ ਵੀ ਗਲਤ ਕੰਮ ਨਾਲ ਵੀ ਮਾਇਆ ਇਕੱਠੀ ਕੀਤੀ ਜਾਏ, ਕਹਿਣਾ ਬੜਾ ਲਾਭ ਹੋਇਆ, ਫਲਾਨਾ ਤਾਂ ਜੀ ਇਹਦੇ 'ਚ ਬਣ ਗਿਆ। ਅਤੇ ਆਮ ਬੰਦਿਆਂ ਦੀ ਇਸ ਤਰ੍ਹਾਂ ਦੀ ਦ੍ਰਿਸ਼ਟੀ ਹੈਗੀ ਹੈ। ਪਰ ਜਿਹੜੇ ਗੁਰਮੁਖ ਪਿਆਰੇ ਆ ਉਹ ਗੋਬਿੰਦ ਗੋਪਾਲ ਰਾਏ ਪ੍ਰਕਾਸ਼ ਰੂਪੀ ਹੈ, ਉਹਦੀ ਸੇਵਾ ਕਰਕੇ ਲਾਹਾ ਲੈਂਦੇ ਆ। ਹੁਣ ਸੇਵਾ ਬਹੁਤ ਪ੍ਰਕਾਰ ਦੀ ਹੈ। ਹੁਣ ਬਾਬਾ ਮੰਝ ਸਾਹਿਬ ਦੇਖ ਲਓ, ਉਹ ਰਾਜਪੂਤ ਰਜਵਾੜਾ ਸੀ, ਨਾਂ ਤੀਰਥਾ ਸੀ। ਗੁਰੂ ਦੀ ਸਿੱਖੀ ਪ੍ਰਾਪਤ ਕਰਨ ਲਈ ਅਤੇ ਗੁਰੂ ਕੇ ਲੰਗਰ 'ਚ ਬਾਲਣ ਦੀ ਸੇਵਾ, ਭਾਂਡੇ ਮਾਂਜਣ ਦੀ ਸੇਵਾ, ਹੁਣ ਇਹਦੇ 'ਚੋਂ ਲਾਹਾ ਲਿਆ। ਅਤੇ ਇਸ ਤਰ੍ਹਾਂ ਭਾਈ ਹੰਦਾਲ ਜੀ, ਉਹਦੇ ਵੱਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਲੰਗਰ 'ਚ ਲੰਗਰੀ ਸੀਗੇ,
हर वेले लंगर 'च सेवा करते रहना। तो मन 'च फुरना बनया कि महाराज दे दर्शन नहीं होंदे। महाराज जानी जान सी। महाराज लंगर दे विच आ गया। फिर जदों भाई हंदाल जी नूं पता लग्या कि गुरु साहब लंगर 'च आए है, कि महाराज जानी जान सी, प्रेमियां दी अंदरली खिच नूं जाणदे आ, समझदे आ। उस वेले वो लंगर दा आटा गुन रहा सी, हथ लिबड़े सी। हुण विचारदा भी महाराज सच्चे पातशाह आए आ, जे उठ के सत्कार ना करिए भी ठीक नहीं। हाथ धोन लग गया तो भी टाइम लगना, मत्था ना टेकिए तो भी गल फिर सही नहीं। उन्होंने दोवें हथ जिहड़े इकट्ठे करके कंड ते रख लै, अपना जिहड़ा मस्तक सी सतगुरां दे चरणों च रख के नमस्कार कीती। महाराज खुश होए, कहंदे भी साडा भी अदब सत्कार रखिया ते लंगर दी भी सोच पवित्रता नूं कायम रखिया। कहंदे तेरी संपरदा चलेगी जदों मत्था टेकणगे इवें हथ रखिया करनगे। ते आम हुण अंमृतसर जिले जाओ तो कईयां ने ट्रकां ते जां लिखिया हुंदा धन धन बाबा हंदाल जी। तो संधू गोत दा सी, ते संधू गोत दे काफ़ी बाबे हंदाल नूं मनदे आ। इस वास्ते हंदालीए इन्हां दी वो परंपरा भी चलती रही है। इस वास्ते कई फिर गुरु घर च बेमुख भी हो जाते हैं, कई सन्मुख रहिंदे हैं। सेवा करके लाहा लिया। सेवा स्वामी लाहो, स्वामी दी मालिक दी सेवा करके। हुण कईयां ने तो भाई नंद लाल जी है, उन्हें गुरु महाराज दी ग्रंथां चो उस्तत लिख के लाहा लिया। भाई गुरदास साहब है, इस तरह होर विद्वान हैगे। कईयां ने फिर धर्म युद्धां दे विच सेवा करके लाहा लिया, कुर्बानियां कीतियां। भाई मनी सिंह साहब, बाबा दीप सिंह, भाई मनी सिंह दे साहबजादे है, बाबा उदय सिंह, बचित्र सिंह आदि। ते कईयां ने लंगरां दी सेवा करके लाहा लिया। और जो सरोवर साहब हरमंदर साहब की सेवा सी, बहुत सारे ने यह सेवा की है। भाई सालो जी लै लो, भाई बहलो लै लो, बाबा बुढ़ा साहब। इस तरह जिथे जिथे भी सेवा मिली है, जिनी तनदेही दे नाल निभाई है। कोई तन करके करदा, कोई मन करके करदा, कोई तन करके करदा, उन्हीं लाहा लिया। हुण पंडित बेणी जी धन गुरु अमरदास साहब दे सेवक सी। ये पंडित हरदयाल इन्हां दा पोता पड़ोता सी, जिन्होंने सार कितावली ते बराग शतक संस्कृत चों भाषा विच लिखे है, कविता च। ये बेणी जी महाराज नूं कहण लगा, महाराज आप जी का हुक्म है फिर सेवा करो। तो जदों मैं जोड़ियां दी जां झाड़ू दी जां भांडे मांजण दी जां लंगर विच कोई होर सेवा करन लगदा, ते सेवादार रोक दिंदे आ भी पंडित जी असीं सेवा करदे हां, फिर मेरा भला किवें होएगा। महाराज कहंदे तुसीं विद्वान आ, संगतां नूं दोनों वेले प्यार नाल कथा सुणाया करो। तुहाडी शरधा भगती वाली कथा सुन के
ਕਿੰਨੇ ਸੇਵਾਦਾਰ ਹੋਰ ਪੈਦਾ ਹੋ ਜਾਣਗੇ। ਕਹਿੰਦੇ ਇਹ ਵੀ ਬਹੁਤ ਵੱਡੀ ਸੇਵਾ ਹੈ, ਜਿਹੜਾ ਕਿਸੇ ਨੂੰ ਨਾਮ ਬਾਣੀ ਦੀ ਵਿਆਖਿਆ ਸੁਣਾਉਣੀ, ਕਥਾ ਕੀਰਤਨ ਸੁਣਾਉਣਾ, ਨਿਤਨੇਮ ਸੁਣਾਉਣਾ, ਸੰਗਤ ਨੂੰ ਪ੍ਰੇਰ ਕੇ ਨਾਸਤਕਾਂ ਨੂੰ ਆਸਤਕ ਬਣਾਉਣਾ, ਗੁਰੂ ਘਰ ਨਾਲ ਜੋੜਨਾ, ਇਹ ਤਾਂ ਬਹੁਤ ਵੱਡਾ ਪੁੰਨ ਹੈ। ਉਹਨਾਂ ਨੂੰ ਇਹ ਸੇਵਾ। ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਮੈਨੂੰ ਵੀ ਸ਼ਾਸਤਰ ਦਿਓ, ਮੈਂ ਵੀ ਜੰਗ ਯੁੱਧ ਕਰਾਂ। ਮਹਾਰਾਜ ਕਹਿੰਦੇ ਭਾਈ ਤੁਹਾਡੇ ਕੋਲ ਸ਼ਾਸਤਰ ਤਾਰੇ ਬਿਆਨ ਆ, ਵਿਦਵਾਨ ਪੈਦਾ ਕਰਨਾ ਬੜਾ ਔਖਾ ਆ। 100 ਵਿੱਚੋਂ ਸਿਪਾਹੀ, 10,000 ਚੋਂ ਕੋਈ ਵਿਦਵਾਨ ਨਿਕਲਦਾ, ਲੱਖ ਚੋਂ ਕੋਈ ਦਾਨੀ ਹੁੰਦਾ, ਕਰੋੜ ਚੋਂ ਬ੍ਰਹਮ ਗਿਆਨੀ। ਤੁਹਾਨੂੰ ਕਲਮ ਦੀ ਸੇਵਾ ਦਿੱਤੀ ਹੈ, ਤੁਹਾਡੇ ਕਲਮ ਦੇ ਲੇਖ ਪੜ੍ਹ ਕੇ ਤਲਵਾਰਾਂ ਪਕੜਨ ਵਾਲੇ ਬੇਅੰਤ ਪੈਦਾ ਹੋ ਜਾਣਗੇ। ਜਦੋਂ ਫਿਰ ਅਨੰਦਪੁਰ ਤੇ ਆ ਗਿਆ ਉਦੋਂ ਵੀ ਬੇਨਤੀ, ਮਹਾਰਾਜ ਸਾਨੂੰ ਵੀ ਜੰਗ ਯੋਧਾ। ਕਹਿੰਦੇ ਨਹੀਂ, ਤੁਸੀਂ ਵਿਦਵਾਨ ਆ, ਸਿੱਖੀ ਨੂੰ ਜਗਾਉਣਾ। ਸੋ ਇਸ ਵਾਸਤੇ ਭਾਈ ਮਨੀ ਸਿੰਘ ਸਾਹਿਬ ਦੇਖ ਲਓ, ਜੰਗਾਂ ਯੁੱਧਾਂ 'ਚ ਵੀ ਅਤੇ ਕਲਮ ਦੀ ਸੇਵਾ ਵੀ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਸਰੂਪ ਲਿਖੇ, ਬਾਬਾ ਦੀਪ ਸਿੰਘ ਸਾਹਿਬ ਨੇ ਉਤਾਰੇ ਕੀਤੇ। ਸਮਾਂ ਆਇਆ ਅਤੇ ਸ਼ਸਤਰਾਂ ਦੁਆਰਾ ਵੀ ਜੰਗਾਂ ਯੁੱਧਾਂ 'ਚ ਉਹਨਾਂ ਦੀਆਂ ਸੇਵਾ ਹੈਗੀਆਂ। ਕਿ ਜਿਹੜੀ ਵੀ ਸੇਵਾ ਸਮੇਂ ਨਾਲ ਮਹਾਰਾਜ ਦਿੰਦੇ ਆ ਅਤੇ ਮਹਾਰਾਜ ਦੀ ਪ੍ਰਸੰਨਤਾ ਲਈ ਜਾਏ, ਉਹਦੇ 'ਚ ਹੀ ਸਾਰੀਆਂ ਬਰਕਤਾਂ ਮਿਲ ਜਾਂਦੀਆਂ ਹਨ। ਭਾਈ ਬਹਿਲੋ ਦੇਖ ਲਓ, ਅਤੇ ਉਹ ਬਾਲਣ ਦੀ ਸੇਵਾ ਕਰਦੇ ਸੀ। ਜਿਲੇ ਹੁਣ ਸਰੋਵਰ ਸਾਹਿਬ ਤਿਆਰ ਹੋ ਰਿਹਾ ਸੀ, ਕਿਸੇ ਨੇ ਕਿਹਾ ਵੀ ਇਸ ਤਰ੍ਹਾਂ ਆਪਣੇ ਪੰਜਾਬੀਆਂ 'ਚ ਗੋਬਰ ਪਾਇਆ ਜਾਏ, ਇੱਟ ਸੋਹਣੀ ਪੱਕਦੀ ਹੈ। ਕਿਉਂਕਿ ਉਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਾਰਾ ਨਵਾਂ ਸ਼ਹਿਰ ਵਸਿਆ ਸੀ, ਆਲੇ ਦੁਆਲੇ ਜੰਗਲ ਬਹੁਤ ਸੀਗੇ, ਆਮ ਪਸ਼ੂਆਂ ਦੀ ਚਰਾਂਦ ਹੁੰਦੀ ਸੀ। ਪਸ਼ੂਆਂ ਦਾ ਜਿਹੜਾ ਗੋਬਰ ਆ, ਏਰਣੇ ਗੋਹੇ, ਉਹ ਕੋਈ ਸੁੱਕੇ ਹੁੰਦੇ ਕੋਈ ਗਿੱਲੇ, ਜਿਲੇ ਉਹ ਬਾਲਣ 'ਚ ਪਾਓ, ਕੁਦਰਤੀ ਉਹ ਗੋਬਰ ਗੈਸ ਬਣ ਕੇ ਉਹ ਇੱਟਾਂ ਦੇ ਮਸਾਮਾਂ 'ਚ ਮਸਾਮ 'ਚ ਨਿਕਲਦੀ ਹੈ ਅਤੇ ਇੱਟ ਸੋਹਣੀ ਪੱਕਦੀ ਹੈ। ਉੱਥੇ ਉਹ ਬੇਸ਼ਟਾ ਲਿਖਿਆ, ਬੇਸ਼ਟੇ ਦਾ ਮਤਲਬ ਸੀ ਜਿਹੜਾ ਪਸ਼ੂ ਚੁਗਣ ਵਾਲੇ ਜਾਨਵਰ ਆ, ਗਾਈਆਂ ਆ, ਮੱਝਾਂ ਆ, ਉਹਨਾਂ ਦਾ ਜਿਹੜਾ ਗੋਬਰ ਸੀ। ਅਤੇ ਕਈ ਉਹ ਫਿਰ ਦੂਏ ਪਾਸੇ ਅਰਥ ਗਲਤ ਕਰ ਦਿੰਦੇ। ਇਸ ਵਾਸਤੇ ਪਸ਼ੂਆਂ ਦਾ ਜਿਹੜਾ ਗੋਬਰ ਵਗੈਰਾ ਅੱਜ ਵੀ ਹੁਣ ਅਤੇ ਉਹ ਗੋਹੇ ਤੋਂ ਗੈਸ ਕਈਆਂ ਨੇ ਲਾਏ ਹੋਏ, ਉਤੋਂ ਬੇਅੰਤ ਕੰਮ ਸਿੱਧ ਹੁੰਦੇ ਆ ਗੋਬਰ ਗੈਸ ਤੋਂ। ਗੋਬਰ ਗੈਸ ਦੇ ਪਲਾਂਟ ਲਾਏ ਅਤੇ ਉਹ ਭਾਈ ਸਾਹਿਬ ਬੜੇ ਸੁਲਝੇ ਹੋਏ ਸੀ। ਉਹ ਫਿਰ ਜੰਗਲ 'ਚੋਂ ਟੋਕਰਿਆਂ 'ਚ ਲਿਆ ਕੇ ਅਤੇ ਬਾਲਣ ਦੇ ਵਿੱਚ ਪਾ ਕੇ ਸੇਵਾ ਕਰਦੇ ਰਹੇ। ਜਿਹੜੇ ਇੱਟਾਂ ਸੋਹਣੀਆਂ ਪੱਕੀਆਂ ਅਤੇ ਮਹਾਰਾਜ ਕਹਿੰਦੇ ਵੀ ਇੱਟ ਬਹੁਤ ਵਧੀਆ ਪੱਕੀ ਆ। ਕੌਣ ਸੇਵਾ? ਕਹਿੰਦੇ ਭਾਈ ਬਹਿਲੋ ਜੀ। ਕਹਿੰਦੇ ਭਾਈ ਬਹਿਲੋ ਸਭ ਤੋਂ ਪਹਿਲੋਂ ਇਸ ਤਰ੍ਹਾਂ ਵਰ ਦਿੱਤੇ ਆ। ਇਹਦੇ ਇਲਾਵਾ ਬਾਬਾ ਬੁੱਢਾ ਸਾਹਿਬ ਸੇਵਾ ਕਰਦੇ ਸੀ ਅਤੇ ਵਜ਼ੀਰ ਖਾਂ ਨੂੰ ਜਲੋਦਰ ਦਾ ਰੋਗ ਹੋ ਗਿਆ ਅਤੇ ਕੁਦਰਤੀ ਗੁਰਸਿੱਖ ਸ੍ਰੀ ਸੁਖਮਨੀ ਸਾਹਿਬ ਪੜ੍ਹਦਾ ਜਾਂਦਾ ਸੀ ਅਤੇ ਜਿੰਨਾ ਚਿਰ ਉਹਦੇ ਕੰਨਾਂ 'ਚ ਆਵਾਜ਼ ਪੈਂਦੀ ਰਹੀ, ਉਹਨੂੰ ਬੜਾ ਸੁੱਖ ਮਿਲੂਮ ਹੋਇਆ। ਹੁਣ ਫਿਰ ਸੇਵਾਦਾਰ ਭੇਜ ਕੇ ਗੁਰਸਿੱਖ ਨੂੰ ਬੁਲਾਇਆ, ਇਹ ਬਾਣੀ ਕਿਹਦੀ ਹੈ? ਕਹਿੰਦੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਆ। ਕਹਿੰਦੇ ਮੈਨੂੰ ਰੋਜ਼ ਸੁਣਾ, ਮੈਂ ਤੇਰਾ ਰਜੀਨਾ ਬੰਨ੍ਹ ਦਿੰਦਾ। ਕਹਿੰਦੇ ਨਹੀਂ, ਫਿਰ ਮੈਂ ਤੈਨੂੰ ਰੋਜ਼ ਬਾਣੀ ਸੁਣਾ ਦਿਆ ਕਰੂੰਗਾ ਇੱਕ ਟਾਈਮ।
ਉਹਦੇ ਹਲੋ ਬਾਣੀ ਸੁਣਨੀ, ਉਹਨੂੰ ਆਰਾਮ ਲੈਣਾ। ਫਿਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਚਰਨਾਂ 'ਚ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰਾ ਇਹ ਜਲੋਦਰ ਦਾ ਜਿਹੜਾ ਰੋਗ ਆ ਇਹ ਦੂਰ ਹੋ ਜਾਏ। ਮਹਾਰਾਜ ਕਹਿੰਦੇ ਵੀ ਸਾਡੇ ਘਰ ਵਿੱਚ ਤਾਂ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਦਾ ਸਰੂਪ ਆ, ਜਿੰਨੀ ਪਹਿਲੇ ਪਾਤਸ਼ਾਹ, ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ, ਹੁਣ ਸਾਡੇ ਵੇਲੇ ਵੀ ਕਿਸ ਤਰ੍ਹਾਂ ਨਿਰਮਾਣ ਹੋ ਕੇ ਭਜਨ ਸੇਵਾ ਕਰਦੇ ਆ। ਸਾਨੂੰ ਤਾਂ ਉਹ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਆ, ਸਾਡੇ ਉਹ ਬਜ਼ੁਰਗ ਆ, ਪੂਜਾ ਯੋਗ ਆ। ਉਹਨਾਂ ਨੂੰ ਬੇਨਤੀ ਕਰੋ, ਕਿਉਂ ਸਰੋਵਰ ਦੀ ਸੇਵਾ ਸਿੱਖ ਪਾਸੇ ਭਾਈ ਬਹਿਲੋ ਅਤੇ ਸਾਲੋ, ਦਰਸ਼ਨ ਦੁਆਰਲ ਭਾਈ ਜੇਠਾ ਪੁਰਾਣਾ, ਇੱਧਰ ਬਾਬਾ ਬੁੱਢਾ ਸਾਹਿਬ, ਇੱਥੇ 8 ਸਰਤੀਰ ਅਤੇ ਸਤਿਗੁਰੂ ਆਪ ਬਹਿ ਕੇ ਗੁਰਸਿੱਖਾਂ ਤੋਂ ਸੇਵਾ ਕਰਵਾਇਆ ਕਰਦੇ ਸੀ ਬੇਅੰਤ ਸੰਗਤਾਂ ਦੇ ਨਾਲ। ਅਤੇ ਫਿਰ ਸਾਡੇ ਤਾਂ ਬਾਬਾ ਬੁੱਢਾ ਸਾਹਿਬ ਹੀ ਆ ਗੁਰੂ ਘਰ 'ਚ, ਉਹਨਾਂ ਨੂੰ ਬੇਨਤੀ ਕਰਨਾ। ਅਤੇ ਬਾਬਾ ਬੁੱਢਾ ਸਾਹਿਬ ਉਸ ਲਈ ਆਪਣੀ ਬਾਈ 'ਤੇ ਸੇਵਾ ਕਰਦੇ ਸੀ, ਟੋਕਰਾ ਚੱਕਿਆ ਸੀ ਕਾਰ ਦਾ। ਇਹ ਨਾ ਆ ਕੇ ਬੇਨਤੀ, ਮਹਾਰਾਜ ਮੈਨੂੰ ਜਲੋਦਰ ਹੈ, ਕਿਰਪਾ ਕਰੋ। ਉਹਨੇ ਉਹਦੇ ਪੇਟ 'ਤੇ ਮਾਰਿਆ ਟੋਕਰਾ ਮਿੱਟੀ ਦਾ, ਦੋਏ ਕਲਾਂ ਛੁੱਟ ਗਈਆਂ, ਪਾਣੀ ਨਿਕਲ ਗਿਆ, ਰਾਜੀ ਹੋ ਗਿਆ। ਕਹਿੰਦੇ ਕਰਦੇ ਗੁਰੂ ਸਾਹਿਬ ਆਪ ਆ, ਵਡਿਆਈਆਂ ਸਾਨੂੰ ਦੇਈ ਜਾਂਦੇ ਆ। ਸੋ ਇਸ ਤਰ੍ਹਾਂ ਜਿਹੜੇ ਗੁਰਸਿੱਖ ਆ ਉਹਨਾਂ ਨੇ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਮੀ ਲਓ, ਗੋਬਿੰਦ ਦੀ ਓਟ ਲਈ, ਗੋਪਾਲ ਦਾ ਆਸਰਾ ਲਿਆ, ਜਿਹੜਾ ਰਾਏ ਰਾਜਾ ਰੂਪ ਆ, ਪ੍ਰਕਾਸ਼ ਰੂਪ ਆ, ਉਹਦੀ ਸੇਵਾ ਕਰਕੇ ਲਾਹੇ ਲਏ ਆ। ਪੁਰਾਤਨ ਸਮੇਂ ਦੇ ਲੈ ਲਓ, ਮੌਜੂਦਾ ਲੈ ਲਓ, ਗਾਂਹ ਆਉਣ ਵਾਲੇ, ਪੜ੍ਹਾਈ ਇਹ ਹੀ ਹੈ। ਜਿਹਨੇ ਵੀ ਲਾਹਾ ਲੈਣਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਹਉਮੈ ਤਿਆਗ ਕੇ ਸੇਵਾ ਕੀਤੀ ਜਾਏ, ਉਹ ਫਲਦਾਈ ਹੈ। ਜਿਵੇਂ ਆਪਣੇ ਡੇਰੇ ਹੁਣ ਕਿਹੜੇ ਕਿਹੜੇ ਸੇਵਾਦਾਰ ਦਾ ਨਾਂ ਲਈਏ, ਕਿਹਦਾ ਛੱਡੀਏ। ਸਾਰੇ ਜਤੀ ਸਤੀ ਵਿਅੰਗਮ ਨਿਸ਼ਕਾਮ ਸੇਵਾ, ਕੋਈ ਖੇਤੀ ਵਾਲੇ ਲੈ ਲਓ, ਲੰਗਰ ਵਾਲੇ ਲੈ ਲਓ, ਕਥਾ ਕੀਰਤਨ ਵਾਲੇ ਲੈ ਲਓ, ਜਿੰਨੇ ਤਰ੍ਹਾਂ ਦੀ ਵੀ ਸੇਵਾ ਬਿਲਕੁਲ ਨਿਸ਼ਕਾਮ ਹੋ ਕੇ, ਦਿਨਾਂ ਨੂੰ ਸੇਵਾ, ਰਾਤ ਨੂੰ ਬਹੁਤਾ ਸਮਾਂ ਸਿਮਰਨ ਵਿੱਚ ਲਾਉਣਾ। ਸੋ ਇਸ ਵਾਸਤੇ ਸੇਵਾ ਵਿੱਚੋਂ ਲਾਹੇ ਮਿਲਦੇ ਆ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ, ਸੁਆਮੀ ਦੀ ਸੇਵਾ ਕਰਕੇ ਲਾਹਾ ਪ੍ਰਾਪਤ ਹੁੰਦਾ ਹੈ। ਅਤੇ ਫਿਰ ਉਹ ਸੰਗਤ ਨੂੰ ਵੀ ਸੇਵਾ ਲਈ ਪ੍ਰੇਰਦੇ ਆ। ਗੁਰੂ ਘਰ 'ਚ ਲੈ ਲਓ ਕਿਵੇਂ ਬਾਬਾ ਬੀਰ ਰਮਦਾਸ ਜੀ ਤੋਂ ਬਖਸ਼ਿਸ਼ ਲੈ ਕੇ ਬਾਬਾ ਗੁਰਮੁਖ ਸਿੰਘ ਸਾਧੂ ਸਿੰਘ ਕਾਰ ਸੇਵਾ ਆਰੰਭ ਕੀਤੀ ਹੈ। ਅਤੇ ਹਜ਼ੂਰ ਸਾਹਿਬ ਲੈ ਲਓ, ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ਪੈਦਲ ਗਏ ਹਜ਼ੂਰ ਸਾਹਿਬ, ਸੇਵਾ ਕਰਦੇ ਰਹੇ। ਹੁਣ ਤਾਂ ਸਮਾਂ ਬਦਲ ਗਿਆ, ਉਦੋਂ ਫਿਰ ਉੱਧਰਲੇ ਲੋਕ ਨਫ਼ਰਤ ਬੜੀ ਕਰਦੇ ਸੀ। ਕਈ ਤਰ੍ਹਾਂ ਦੇ ਸੰਕਟ, ਕਈ ਤਰ੍ਹਾਂ ਦੇ ਉਹ ਮਤਲਬ ਦੁਰਵਿਹਾਰ ਕਰਦੇ ਸੀ। ਅਤੇ ਬਾਬਾ ਨਿਧਾਨ ਸਿੰਘ ਫਿਰ ਮਰਜੀ ਵੜੇ ਬਣ ਕੇ ਸੇਵਾ ਕਰਦੇ ਰਹੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕ ਨ ਕੋਏ, ਆਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਅਤੇ ਫਿਰ ਮਹਾਰਾਜ ਦੇ ਦਰਸ਼ਨ ਹੋਏ, ਅਤੇ ਇੱਥੇ ਲੰਗਰ ਸ਼ੁਰੂ ਕਰਦੇ। ਹੱਥ ਤੇਰਾ ਅਤੇ ਖੀਸਾ ਮੇਰਾ, ਕੱਢੇ ਚੱਲ ਤੇ ਵਰਤਾਈ ਚੱਲ। ਕਹਿੰਦੇ ਮਹਾਰਾਜ ਹੱਥ ਵੀ ਆਪਣੇ ਰੱਖਿਓ ਕਿ ਮਾਇਆ ਦਾ ਦੁਰਉਪਯੋਗ ਨਾ ਕਰੀਏ। ਅਤੇ ਰਾਤ ਨੂੰ ਖੜਤਾਲਾਂ ਫੜ ਕੇ
हरी जस करी जाना। और लंगर च ही आराम कुर्सी ते जागा करना, ते कोई दसम पातशाह के लंगर चो खाली ना चल जाए। इस तरह सेवक और सेवा बने आई, हुक्म बूझ परम पद पाई, उसते चौगन करे निहाल, नानक साहिब सदा दयाल। अज देखो जिले हजूर साहब यात्रा जाइए, किस तरह लंगर 24 घंटे, इधरों संगत आ गई उधरों आ गई, बोले सो निहाल, दिन रात चलती है। इस वास्ते सेवा ऐसी चीज़ है। हस्ती सिर जो अंक सह अहरण जो सिर दे, मन तन आगे राह के ऊबी सेव करे, इं गुरमुख आप नवारिया सब राज श्रेष्ठ कौले। धन धन श्री रामचंद्र जी महाराज दे लो बनवास होया, माता सीता नूं बनवास नहीं सी होया, पर वो पति की सेवा च, भरा लक्ष्मण नूं बनवास नहीं होया, वो भरा की सेवा च 14 साल सौ के नहीं देखा। सारी रात तीर कमान लैके पहरा देंदे सी। भारत नूं राज आ, वो भी गद्दी ते नहीं बैठा, महाराज दी खड़ावां तख्त ते रख के पूजन करके, उन्हां दा ध्यान करके, हुक्मी सेवादार बन के ते सारा प्रबंध करते रहे। जिले महाराज आए, आ लो महाराज तुहाडी अमानत है। ते अज तेरा कुर्सी नूं चिंबड़ जांदा, छड्ड के राजी नहीं, प्रजा ते किवें अत्याचार जुल्म करदा। पर उन्हां महापुरखां दा इतिहास पढ़ीए, किन्ना त्याग बैराग है, किन्नी वफादारी, ते प्रजा दे उत्ते किवें उन्हां ने प्यार वंडिया। अज भी लोग राम राज नूं चेते करते हैं, पर अज तक कलयुग का ऐसा प्रभाव है कि हंकार का बड़ा बोलबाला है। प्रजा नूं तो कहंदे बस रोल के राह दो, ठगी ठोरी धक्का तोड़ा किवें चलदा। पर जिहड़े प्रजा नूं परमेश्वर का रूप जान के सेवा करते हैं, तो उहदी फिर राजे दी उहदे च कल्याण आ। खाण नूं भोजन वस्त्र देना, दवाई बूटी का इंतजाम, अंदरों बाहरों दुश्मनों तो रक्षा करनी। तो इस तरह आ जिवें पुराने राजियां च प्रसंग आउंदे आ, महाराज इश्क बाकू आ, दलीप है, मन ताद क्या, हेरा विक्रमाजीत आद क्या, शेरे पंजाब महाराज रणजीत सिंह आद क्या। उन्हों का इतिहास पढ़ीए, उन्होंने प्रजा नूं परमेश्वर का रूप जान के सेवा की, वो ये च लाहा ले लेंदे। अज भी लोग उन्होंने चेते करते हैं। इस तरह और मातरी पितरी देव सेवा पवित्र पुरुषों की, ऋषियों की है, साधु संतां की, गऊ गरीब की सेवा है, लंगड़े लूले है, पिंगले आ, फाज है, बिरद है, सेवा तो बहुत तरह की। पर जिहड़े गुरमुख प्यारे है, वो सारियां च आत्मा परमात्मा नूं जाणदे हुए कि ये जिन्ना भी प्रपंच है पार ब्रह्म की लीला, ये प्रपंच जिहड़ा ना पार ब्रह्म की लीला है, विचरतान ना कोई, विचारदे पिओ तो भिन्न तो कोई है नहीं। वो सारे गोविंद गोपाल राय प्रकाश रूप नूं देख के सेवा करते हैं ते लाहा लेंदे आ, क्योंकि सारियां च वो ही है। सो इस वास्ते मन विद्या चरनार बिंदु ने अपने मन नूं गुरु चरणों के नाल विद्या बिनिया होया, जोड़िया होया। दर्शन लगड़ा साहो, मन शौक है, शाहो मालक का सानू दर्शन लग जाए, दर्शन हो जाए। दर्शन दे विच ही मन लगा होया।
क्योंकि विच दुनिया सेवक माईया तां दरगह वैसन पाईया। सेवा कर करके जदों फिर हिरदा शुद्ध हो जाता तो शीशा साफ होवे चेहरा नज़र आउंदा। इस तरह जिले अंतशकन शुद्ध हो जाता परमात्मा के भी दर्शन होंदे। ओट गोविंद गोपाल राय सेवा स्वामी लाहो, वेख्या पुह न सके मिल साधु गुण गाओ। फिर कहते वो जड़ी वेखे बकारां दी ठंड जड़ता वो उन्होंने पौंदी नहीं। मिल साधु गुण गाओ, वो साधु संतां नाल मिल के उहदे गुण गाउंदे आ, क्योंकि संत सहाई राम के कर किरपा दिया मिलाए। ਹੁਣ राजनीति को बैठोगे राजनीति ਦੀਆਂ ਗੱਲਾਂ, ਵਪਾਰੀਆਂ ਬਿਹਾਰੀਆਂ को बैठोगे ਉਹ ਗੱਲਾਂ, ਦੁਰਾਚਾਰੀਆਂ ਵਿਸ਼ਈਆਂ ਪੰਬਰਾਂ को नहीं उधर ਦੀਆਂ ਗੱਲਾਂ ਨਿਸ਼ਈਆਂ ने करनियां। ते साधा संतां को बैठो फिरो संतन कह सुनीत प्रभु की बात। उत्थे प्रभु संबंधी गल्लां सुनांगे, परमात्मा दे मिलण दीयां गल्लां, हिरदे नूं शुद्ध करन दे बचन, नाम अभास दीयां गल्लां, कथा कीर्तन दे प्रसंग, महापुरखां दे गुरुआं दे निरंकार परमेश्वर संबंधी। वो फिर जिहड़े है जदों सच्ची संगत विच आ जांदे आ तो संगत का कुसंगत का भी प्रभाव हैगा तो सत्संगत का भी प्रभाव है। क्योंकि संगत जाओगे बेशिवकारां का ख्याल उधर नूं जाएगा, सत्संगत करांगे इधरों बिरती रुकेगी। वेख्या पोह न सके, उन्होंने ये वेखे विकारां की जिहड़ी विख जहर है नहीं पोह सकती। दूई जहर भी असर नहीं करती। हुण मियाँ मीराबाई नूं दुध दी पग जहर दिती सी ना, पर असर नहीं किया। धन धन बाबा आया सिंह जी महाराज नूं 3 वेरी जहर लिया, पहली वेरी मोड़िया, दूई वेरी, तीजी वेरी वो कुत्ता सी सूंघ के परे हट गया। जानवरों की सूंघण शक्ति बड़ी होंदी, कहते मुक्त कर देंगे। तीजी वेरी कहते भगता लो हुण परारब्ध ना शरीर आ, परारब्ध जड़ी हुण वो मुक गई है तो तू आ डेरे दियां इटां वास्ते करदा, ये तू सबला जड़ी बख्शिश है वो तो संत ज्वाला सिंह लै गया हरखवाल वाले। इस वास्ते कहते हैं वेख्या पोहे ना सकई, जिहड़ी जहर है उन्होंने पोह नहीं सकती। मिल साधु गुण गाओ, तू साधु जनां नूं मिल के उस परमेश्वर दे गुणां नूं गाउणा कर। गुण गाउण दा बड़ा महात्म है। गुण गावत तेरी उतर समैल, बिन सजाए होमै दुख फैल। ये बड़ी बरकत। प्रश्न है भी नाम जपना ये किवें पापां दी मैल धोती जाती है, हिरदा शुद्ध होंदा। सौखा ही अर्थ है। हुण देखो सिर दुखदा होवे गोली खाओ, दर्द कित्थे गई। इस तरह ही दीवा वले अंधेरा जाए, वेद पाठ मत पापां खाए। दीवा वलदा हनेरा चल जांदा। ज्ञान स्वरूप ग्रंथां नूं पढ़ीए, सुणीए, विचारीए तो जिहड़े पाप है वह नाश हो जाते हैं। बाणी विच ऐसा प्रताप है। वेख्या पुह न सकी, वेख्या जिहड़ी वेख्या दी जहर आ हो नहीं सकती। मिल साधु गुण गाओ, कहते साधु जना जिन्हें अपने मन नूं साधिया उन्होंने मिल के परमेश्वर के गुणों नूं गाउणा करो। जह ते उपजी तह मिली, सच्ची प्रीत समाहो। ये जीवात्मा जी तो पैदा हुई है, बाणी पढ़ पढ़ के जिले अशुद्ध भाव दूर हो गया, शुद्धि आ गई, फिर उस आत्मा परमात्मा च मिल जाती है। सच्ची प्रीत समाहो, जदों मन च सच्ची प्रीत होवे, झूठी ना होवे, फिर समाहो, फिर आनंद भी मिल जाता। समाहड़ा उहदे च समाई हो जाती है, भेद अवस्था भी प्राप्त हो जाती है।
ਜੋ ਜਲਮ ਜਲਾਏ ਖਟਾਨਾ ਤੂੰ ਜੋਤੀ ਸੰਗ ਜੋਤ ਸਮਾਨਾ ਮਿਟ ਗਿਆ ਗਗਨ ਪਾਏ ਵਿਸਰਾਮ ਨਾਨਕ ਪ੍ਰਭ ਕਾ ਸਦ ਕੁਰਬਾਨ। ਜਿਵੇਂ ਧੰਨ ਧੰਨ ਬੇਬੇ ਨਾਨਕੀ ਦੇ ਮਨ 'ਚ ਸੱਚਾ ਪਿਆਰ ਸੀ। ਅਤੇ ਜਦੋਂ ਮਹਾਰਾਜ ਇੱਥੋਂ ਚੱਲੇ ਬੇਬੇ ਹੀ ਕਹਿਣ ਲੱਗੇ, ਮਹਾਰਾਜ ਤੁਹਾਡੇ ਰਸਤੇ 'ਚ ਮੈਂ ਕਦੀ ਵਿਘਨ ਨਹੀਂ ਪਾਇਆ, ਜਿਵੇਂ ਤੁਹਾਡਾ ਹੁਕਮ ਹੈ। ਪਰ ਮੇਰੀ ਇੱਕ ਬੇਨਤੀ ਹੈ, ਜਦੋਂ ਮੈਂ ਚੇਤੇ ਕਰਾਂ ਮੈਨੂੰ ਦਰਸ਼ਨ ਜ਼ਰੂਰ ਦਿੰਦੇ ਰਹਿਣਾ। ਮਹਾਰਾਜ ਕਹਿੰਦੇ ਜਦੋਂ ਚੇਤੇ ਕਰਾਂਗੇ ਉਦੋਂ ਹਾਜ਼ਰ ਹੋ ਜਾ ਕਰਾਂਗੇ। ਅਤੇ ਜਦੋਂ ਬੇਬੇ ਚੇਤੇ ਕਰਦੇ ਸੀ ਮਹਾਰਾਜ ਉਦੋਂ ਦਿਖਾਲੀ ਦਿੰਦੇ ਸੀ, ਦਰਸ਼ਨ ਦਿੰਦੇ। ਸੱਚੀ ਪ੍ਰੀਤ ਸਮਾਹੋ, ਅਤੇ ਉਹਨਾਂ ਦੇ ਅੰਦਰ ਸੱਚੀ ਪ੍ਰੀਤੀ ਹੈ, ਸੱਚਾ ਆਨੰਦ ਆ। ਅਤੇ ਸੱਚੀ ਭਗਤੀ ਕਰਕੇ ਨਾਮ ਬਾਣੀ ਦਾ ਅਭਿਆਸ ਕਰਕੇ ਉਹ 'ਚ ਸਮਾ ਜਾਂਦੇ ਆ, ਭੇਦ ਹੋ ਜਾਂਦੇ ਹਨ। ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜੀ ਆਓ। ਪਰਮਾਤਮਾ ਨੇ ਮਨ ਬੁੱਧੀ ਰੂਪੀ ਹੱਥਾਂ ਨੂੰ ਪਕੜ ਲਿਆ, ਜਮ ਪ੍ਰਤੱਖ ਹੱਥਾਂ ਨੂੰ ਆਪਣੇ ਬਣਾ ਲਿਆ। ਬਹੁੜ ਨਾ ਵਿਛੜੀ ਆਓ, ਫਿਰ ਮੁੜ ਕੇ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ। ਹੁਣ ਜਿਹੜੀਆਂ ਨਦੀਆਂ ਸਮੁੰਦਰ 'ਚ ਮਿਲ ਗਈਆਂ, ਹੁਣ ਜੁਦੀਆਂ ਥੋੜ੍ਹੀ ਹੋਣੀਆਂ, ਸਮੁੰਦਰ ਦਾ ਰੂਪ ਹੋ ਗਈਆਂ। ਇਸ ਤਰ੍ਹਾਂ ਹੀ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਇਹ ਤਾਂ ਉਹਦੇ ਵਿੱਚ ਭੇਦ ਹੋ ਗਿਆ। ਜਿਵੇਂ ਲੂਣ ਦੀ ਡਲੀ ਰੱਸੀ ਨਾਲ ਬੰਨ੍ਹ ਕੇ ਸਮੁੰਦਰ ਦਾ ਅੰਤ ਲੈਣ ਲਈ ਛੱਡੀਏ, ਉਹ ਲੂਣ ਸਮੁੰਦਰ ਪੈਦਾ ਹੋਇਆ, ਖੁਰ ਕੇ ਪਾਣੀ ਦਾ ਰੂਪ ਹੋ ਗਿਆ। ਹੁਣ ਕੌਣ ਅੰਤ ਦੱਸੇ? ਇਸ ਵਾਸਤੇ ਜਿਨ੍ਹਾਂ ਨੂੰ ਉਹਨੇ ਆਪਣੇ ਬਣਾ ਲਿਆ ਅਤੇ ਫਿਰ ਉਹ ਉੱਚਾ ਭੇਦ ਹੋ ਜਾਂਦੇ ਆ। ਮੁੜ ਕੇ ਬਹੁੜ ਨਾ ਵਿਛੜੇ, ਬਹੁੜ ਮੈਨੇ ਪੁਣਾ, ਫਿਰ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ। ਉਹ ਸਦਾ ਵਾਸਤੇ ਉਹਦੇ 'ਚ ਅਭੇਦ ਹੋ ਜਾਂਦੇ ਹਨ। ਬਾਹਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ। ਮਹਾਰਾਜ ਕਿਰਪਾ ਕਰਦੇ, ਕਹਿੰਦੇ ਅਸੀਂ ਲੱਖਾਂ ਵਾਰੀ ਉਸ ਪਰਮਾਤਮਾ ਤੋਂ ਬਾਹਰ ਬਲਿਹਾਰ ਜਾਂਦੇ ਹਾਂ। ਦੁਨੀਆ 'ਤੇ ਸੱਜਣ ਆ, ਜਿੰਨਾ ਚਿਰ ਮਿੱਤਰਤਾਈ ਆ, ਖਾਣ ਪੀਣ ਨੂੰ ਮਿਲੇ ਠੀਕ ਹੈ। ਜਿੱਦਣ ਮਾੜੇ ਹੱਥ ਪਿੱਛੇ ਕਿਹਾ ਚਲੋ ਫਿਰ ਨਿੰਦਿਆ ਕਰਨਗੇ, ਫਿਰ ਅਗਲੇ ਦਾ ਘਾਤ ਕਰਨ 'ਤੇ ਜਾਂਦੇ ਆ, ਬੁਰਾ ਕਰਨ ਤੱਕ। ਪਰ ਉਹ ਸੱਜਣ ਸੱਚਾ ਆ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦੇ ਸਨ। ਬਾਹਰ ਜਾਓ ਲਖ ਵੇਰੀਆ, ਕਹਿੰਦੇ ਅਸੀਂ ਲੱਖਾਂ ਵਾਰੀ ਸੱਜਣ ਸਰੂਪੀ ਸਤਿਗੁਰੂ ਤੋਂ ਬਾਹਰ ਬਲਿਹਾਰ ਜਾਂਦੇ ਹਾਂ। ਉਹ ਸੱਜਣ ਕੈਸਾ? ਹਰ ਸੱਜਣ ਆਗਮਾ ਗਾਹੋ, ਉਹ ਸੱਜਣ ਆਗਮ ਆ, ਉਹਦੀ ਗਮਤਾ ਨਹੀਂ ਪਾਈ ਜਾਂਦੀ, ਔਰ ਉਹ ਮਨ ਬੁੱਧੀ ਦੀ ਪਹੁੰਚ ਤੋਂ ਪਰੇ ਆ। ਅਗਾਹੋ ਆਪਾਂ ਕੜਿਆ, ਉਹਦੇ ਬਾਰੇ ਕਥਨ ਕਰਕੇ ਵੀ ਨਹੀਂ ਦੱਸਿਆ ਜਾਂਦਾ। ਐਸਾ ਹੈ ਨਿਰੰਕਾਰ ਪਰਮੇਸ਼ਰ। ਪਰ ਜਿੰਨਾ ਪਿਆਰ ਪੈ ਜਾਏ ਫਿਰ ਉਹ ਛੱਡਦਾ ਵੀ ਹੈ ਨਹੀਂ, ਫਿਰ ਸੱਚੀ ਪ੍ਰੀਤੀ ਪੈਦਾ ਹੋ ਜਾਂਦੀ। ਐਸਾ ਉਹ ਸੱਜਣ ਹੈ, ਉਹਦਾ ਕੋਈ ਗਾਹ ਅੰਤ ਨਹੀਂ ਪਾ ਸਕਦਾ, ਅਥਾਹ ਹੈ। ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ। ਅਸੀਂ ਤੇਰੇ ਦਰ 'ਤੇ ਮਾਲਕ ਆ ਕੇ ਪੈ ਗਏ ਹਾਂ। ਸਰਮ ਪਈ ਨਾਰਾਇਣ, ਪਿਓ ਨਰਾਇਣ ਪਰਮੇਸ਼ਰ ਨੂੰ ਲੱਜਾ ਹੁੰਦੀ ਹੈ ਕਿ ਮੇਰਾ ਭਗਤ ਆ। ਜੇ ਇਹਦੀ ਪਿੱਠ ਲੱਗ ਗਈ ਲੋਕ ਟਿਚਰਾਂ ਕਰਨਗੇ, ਲੈ ਇਹ ਭਜਨ ਕਰਦਾ ਸੀ, ਇਹਨੂੰ ਕੀ ਖਟਿਆ। ਕਿਉਂਕਿ ਭਗਵਾਨ ਤੱਕ ਭਗਵਾਨ ਨੂੰ ਸ਼ਰਮ ਪੈ ਗਈ, ਲਾਜ ਰੱਖ ਲਈ ਬੀਬੀਆਂ ਦਾੜੀਆਂ ਦੀ। ਉਹ ਆਪਣੇ ਪਿਆਰਿਆਂ ਦੀ ਆਪੇ ਹੀ ਲਾਜ ਰੱਖਦਾ, ਆਪ ਕਿਰਪਾ ਕਰਦਾ। ਜਿਵੇਂ ਭਾਈ ਅਲਮਸਤ ਜੀ ਨਾਨਕ ਮਤੇ ਰਹਿੰਦੇ ਸੀ, ਸਿੱਧਾਂ ਨੂੰ ਪਿੱਪਲ ਸਾੜਤਾ ਮਹਾਰਾਜ ਦਾ। ਛੇਵੇਂ ਪਾਤਸ਼ਾਹ ਚੇਤੇ ਕੀਤਾ, ਮਹਾਰਾਜ ਜੇ ਹੁਣ ਨਾ ਕੀਤਾ ਲੋਕ ਟੀਚਰਾਂ ਕਰਿਆ ਕਰਨਗੇ, ਤੁਸੀਂ ਕਿਰਪਾ ਕਰੋ। ਮਹਾਰਾਜ ਛੇਵੇਂ ਪਾਤਸ਼ਾਹ ਪਹੁੰਚੇ, ਜੋਗੀ ਫਿਰ ਭੱਜ ਗਿਆ। ਅਤੇ
जल विच केसर घोल के छिट्टे मारे, पिपल भी हरा होया ते पिपल के पत्तियां भी उस तरह के चिन्ह नज़र आउंदे हन। भाई अलमस्त गुरु महाराज का बनया, उत्थे महाराज पहुँचे तो जिहड़ा उहदी शरण पै जांदा फिर भगवान उहदी लाज रखते हैं, जिहड़ा उहदा बन जाए फिर लाज रखनी पैंदी है। सरम पई नारायण, ये नारायण तैनूं भी लज्जा पैंदी है कि मेरा भगत है, फिर लोग की कहणगे ये बड़ा गुरु वाला बनया। पर जो समा बनता लाज रखते हैं। भाई त्रिलोका गजनी च बादशाह का जरनैल सी, हरनी मर गई, बच्चे मर गए, मंज बराग होया, किरपान जिहड़ी लकड़ की बना के म्यान च पा ली। किसी ने शिकायत करती, कहते सब खड़ जाओ, सब दी किरपाना का निरीखण परीखण होया। पर हुण छेवें पातशाह याद करदा ते महाराज ने अपनी भगवती कढ़ के सूरज तेज चमकाई, बादशाह दी अखां उत्थे चुंदे आ गईयां। ते बादशाह ने पुछया, कहंदे जी सच्ची गल तां हैगी है, पर मेरे गुरु समराथों ने मेरी लाज रख लई है। भाई कटारू जी सके कि शरारती ने बट्टे चक के छोटे तोलदे रख के शिकायत करती कि घट तोलदा है। तो उन्हें अरदास की, वो माता ने तांबे के पैसे भेंट किए, मारे हाथ च कभी उधर लै लैन कभी उधर, सारे हैरान पे की खुद उत्थे बट्टे पूरे करते। जिहड़ा उहदा बन जांदा उहदी वो लाज रखते हैं। सरम पई नारायण, नानक दर पईओ, जिहड़े उहदे दर च पै गए, आके झुक गए, दास बन गए, उन्हां दी फिर लाज रखते हैं। भोग सुहंदा सर्व सुख जिस बख्शे बेपरवाह, ये पोह का महीना कहते उन्हां वास्ते सारे सुखां नूं देने वाला सुहंदा सोभ नहीं कहा, ते जिन्हों बेपरवाह परमेश्वर अपनियां दातां बख्श देवे। क्योंकि चार पदार्थ जे को मांगा साध जना की सेवा लागे, जो मांगा है ठाकर अपने ते सोई सोई देवै, नानक दास मुख ते जो बोले इहां उहां सच होवे। क्योंकि फिर जिहड़ा उहदा बन जांदा उहदी सारी जिम्मेवारी मालक दी हो जाती है। वो उन्हां दे कारजां नूं आपे सवारदा है। क्योंकि जिस बख्शे बेपरवाह, जिन्हों बेपरवाह परमेश्वर बख्श लवे, अपनी मेहर कर दे, अपनी दया कर दे, तो उन्होंने फिर सारे सुख धर्म अर्थ काम मुख, ये जन्म पदार्थ है, नाम पदार्थ है, ज्ञान पदार्थ है, मुक्त पदार्थ है, ये सारियां दातां दे दिंदे आ। जिस तरह सदना सी उहदी लाज रखी, निरपकन्या के कारणे कपया भेख तारी, काम अर्थी सवार दी बाकी पै सवारी, तब गुण कहाँ जगत गुरा जो कर्म न नासे, सिंह सरन कत जाइया जो जंबा गरासे, एक बूंद जल कारणे चातरक दुख पावै, प्राण गए सागर मिले पुन काम न आवै, प्राण जो था कह तिर नहीं को कैसे बिरमावो, बूढ़ में नौका मिले को काहे चढ़ावो, मैं नहीं किश हो नहीं किश आहे न बुरा, हो सर लजा राख लो सदना जन तूरा। तो हुण राजे ने कहा भी इस तरह बास चाहिए, उनके वेला जे धौन वड्डी तो किस तरह है, कोई शरीर का कोई अंग परमेश्वर ने जिले को करना हो इवें है भी बकरा हस्या, कहता कई बारी तैं गले कटे, कई बारी मैं अज तू नवी भाजी चाढ़न लगा, छुरी कसाब सट पाई सिड़ दी, अनकार करता भी मैं नहीं कर सकता। बादशाह कहना कसाई आकड़न लग पै, दो कंधा में चिण के इहदा सिर कट दो, दिले उन्हें शब्द पढ़िया, कंधा डिग पईयां, उहदी रखिया हो गई।
ਵੀ ਰਾਜਾ ਸੀ, ਉਹ ਰੋਜ਼ ਮੰਦਰ ਜਾਂਦਾ ਸੀ, ਨਾਲ ਲੜਕੀ ਨੇ ਜਾਣਾ। ਉਹ ਮੰਦਰ ਦੇ ਪੁਜਾਰੀ ਦੇ ਮਨ ਵਿੱਚ ਕੋਈ ਗਲਤ ਭਾਵ ਹੋ ਗਿਆ। ਉਹਦਾ ਕੋਈ ਮੇਸਤਰੀ ਮਿੱਤਰ ਸੀ, ਉਹਨੂੰ ਗੱਲ ਦੱਸੀ। ਉਹ ਰਾਜੇ ਦੀ ਲੜਕੀ ਦਾ ਪਰਨ ਸੀ ਕਿ ਮੈਂ ਵਿਸ਼ਨੂੰ ਦੇ ਨਾਲ ਸ਼ਾਦੀ ਕਰਾਉਣੀ। ਵੀ ਵਿਸ਼ਨੂੰ ਗਰੜ ਦੀ ਸਵਾਰੀ ਕਰਦਾ। ਉਹ ਮਿਸਤਰੀ ਨੇ ਫਰਜੀ ਗਰੜ ਕਲਾ ਵਾਲਾ ਬਣਾ ਤਾ ਅਤੇ ਇਹਨੂੰ ਫਰਜੀ ਸਰੀਰ ਤਿਆਰ ਕਰਕੇ ਉਹ ਉਡਣ ਖਟੋਲੇ 'ਤੇ ਜਾਣਾ, ਲੜਕੀ ਨੂੰ ਮਿਲਣਾ। ਲੜਕੀ ਨੇ ਬਾਦਸ਼ਾਹ ਨੂੰ ਦੱਸਿਆ ਕਿ ਵਿਸ਼ਨੂੰ ਭਗਵਾਨ ਦਰਸ਼ਨ ਦਿੰਦੇ ਆ। ਉਹਨੇ ਕਿਹਾ ਵੀ ਹੁਣ ਜਦੋਂ ਵਿਸ਼ਨੂੰ ਜਵਾਈ ਬਣ ਗਿਆ, ਹੁਣ ਫੌਜਾਂ ਦੀ ਕੀ ਲੋੜ ਆ। ਅਤੇ ਉਸ ਨੇ ਫਿਰ ਉਹ ਫੌਜਾਂ 'ਚ ਢਿਲਮਠ ਕਰਤੀ। ਉਹ ਗੁਆਂਢੀ ਰਾਜ ਨੂੰ ਪਤਾ ਲੱਗਾ, ਉਹਨੂੰ ਫੌਜ ਚੜ੍ਹਾਤੀ। ਉਹ ਲੜਕੀ ਨੂੰ ਕਹਿੰਦਾ ਵੀ ਹੁਣ ਤੂੰ ਕਹਿੰਦੀ ਵਿਸ਼ਨੂੰ ਭਗਵਾਨ ਦਰਸ਼ਨ ਦਿੰਦੇ ਆ, ਮੇਰੀ ਸਹਾਇਤਾ ਕਰਨ। ਉਹ ਜਿਲੇ ਕਿਹਾ, ਉਹ ਤਾਂ ਹੁਣ ਕਪਟ ਦਾ ਭੇਸ ਧਾਰਿਆ ਸੀ। ਉਹ ਫਿਰ ਮੰਦਰ ਜਾ ਕੇ ਇੱਕ ਲੱਤ ਭਾਰ ਖੜ੍ਹ ਕੇ ਨਿਰਪਕੰਨਿਆ ਕੇ ਕਾਰਨੇ ਰਾਜ ਦੀ ਲੜਕੀ ਲਈ ਹਾਂਜੀ ਪਿਆ ਭੇਖ ਤਾਰੀ, ਭੇਖ ਤਾਰ ਲਿਆ। ਔਰ ਕਾਮ ਦੀ ਇੱਛਾ ਵਿੱਚ ਸਵਾਰਥ ਬਾਕੀ ਵੈਸ ਹੋਰੀ ਸਦਨਾ ਕਹਿੰਦਾ ਤਾਂ ਉਹਦੀ ਲਾਜ ਰੱਖ ਲਈ। ਉਹ ਜਿਹੜਾ ਕੰਮ ਹੀ ਸੀ ਸਵਾਰਥ ਹੀ ਸੀ। ਤਬ ਗੁਣ ਕਾਮ ਜਾਗ ਤੋ ਰਾਜੋ ਕਰਮ ਨਸ। ਫਿਰ ਤੁਹਾਡੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ ਜੇ ਕਰਮਾਂ ਦਾ ਨਾਸ ਹੀ ਨਹੀਂ ਹੋਣਾ। ਜੇ ਮਾੜੇ ਕਰਮ ਨਾਸ ਨਹੀਂ ਹੋਣੇ, ਫਿਰ ਭਜਨ ਕਰਨ ਦਾ ਫਾਇਦਾ ਕੀ ਤੇਰੀ ਸ਼ਰਨ ਹੋਣ ਦਾ। ਸਿੰਘ ਸਰਨ ਕਤ ਜਾਈ ਜੋ ਜੰਬਕ ਰਸ। ਕਹਿੰਦੇ ਸ਼ੇਰ ਦੀ ਸ਼ਰਨ ਗਿਆ ਜੇ ਜੰਬਕ ਗਿੱਦੜਾਂ ਦਾ ਡਰ ਰਿਹਾ, ਫਿਰ ਸ਼ੇਰ ਦੀ ਸ਼ਰਨ ਕਾਹਲੇ ਜਾਣਾ। ਏਕ ਬੂੰਦ ਜਲ ਕਰਨੀ ਚਾਤਰ ਦੁੱਖ ਪਾਵੇ। ਪਪੀਹਾ ਇੱਕ ਸੌਂਤੀ ਬੋਲੇ ਦੁੱਖ ਪਾਉਂਦਾ। ਪ੍ਰਾਣ ਗਏ ਸਾਗਰ ਮਿਲੇ ਜਿਲੇ। ਪ੍ਰਾਣ ਚਲਾ ਗਿਆ, ਬਾਅਦ 'ਚ ਸਮੁੰਦਰ ਮਿਲ ਗਿਆ, ਅਤੇ ਫੇਰ ਕੀ ਕਰਨਾ ਉਹਨੂੰ। ਦੌੜ ਤਾਂ ਹੁਣ ਸੀ। ਕਹਿੰਦੇ ਮੇਰੇ 'ਤੇ ਬਿਪਤਾ ਹੋਣੇ, ਮੇਰੀ ਰੱਖਿਆ ਕਰੋ। ਪ੍ਰਾਣ ਗਏ ਸਾਗਰ ਮਿਲ ਕਹੋ ਕਾਹੇ ਬ੍ਰਹਮੋ। ਏਕ ਬੂੰਦ ਜਲ ਕਰਨੇ ਚਾਤਰਕ ਦੁੱਖ ਪਾਵੇ। ਪ੍ਰਾਣ ਗਏ ਸਾਗਰ ਮਿਲਿਆ, ਪ੍ਰਾਣ ਜਾਣ ਤੋਂ ਸਾਗਰ ਮਿਲਿਆ, ਸਮੁੰਦਰ ਮਿਲ ਗਿਆ, ਫਿਰ ਤਾਂ ਕੋਈ ਲਾਭ ਨਹੀਂ। ਉਹ ਕੈਸੇ ਬਿਲਾ। ਫਿਰ ਕਹਿੰਦੇ ਉਹਦਾ ਕੀ ਫਾਇਦਾ ਬਿਲ ਵਿਲਾਪ ਕਰਨ ਦਾ। ਔਰ ਫਿਰ ਬੇਨਤੀ ਕਰਦਾ, ਬੂਢਵੇਂ ਨੌਕਾ ਮਿਲੇ ਕੋ ਕਾਹ ਛਡਾਓ। ਬੰਦਾ ਡੁੱਬਦਾ, ਮਰਨ ਤੋਂ ਬਾਅਦ ਬੇੜੀ ਮਿਲੀ, ਫਿਰ ਤਾਂ ਕੋਈ ਲਾਭ ਨਹੀਂ ਨਾ। ਫਿਰ ਤਾਂ ਕੋਈ ਲਾਭ ਨਹੀਂ, ਮੈਂ ਤਾਂ ਹੁਣ ਮਰ ਰਿਹਾ। ਪਹਿਲਾਂ ਦਿਓ ਕਰਦਾ ਰਿਹਾ। ਫਿਰ ਨਿਮਰਤਾ 'ਚ ਆ ਗਈ। ਮੈਂ ਨਹੀਂ ਕਿ ਛੋ ਨਹੀਂ ਕਿ ਚਾਹੇ ਨਾ ਬੁਰਾ, ਅਵਸਰ ਲੱਜਾ ਰਾਗਲੋ ਸਦਨਾ ਜਨ ਤੋਰਾ। ਔਰ ਕਹਿਣ ਲੱਗਾ ਇੱਕ ਬੂੰਦ ਜਲ ਕਰਨੇ ਚਾਤਰ ਪ੍ਰਾਣ ਗਏ ਸਾਗਰ ਮਿਲਿਆ। ਪੁਨ ਕਾਮਨਾ ਆਵੇ ਪ੍ਰਾਣ ਜੋ ਥਾਕੇ ਥਿਰ ਨਹੀਂ ਕੋ ਕੈਸੇ ਬਰਮਾਵੋ। ਬੂढ़ में नौका मिले को काहे चढ़ावो। डुबण तो बाद बेड़ी चढ़ा के करोगे। फिर कहता मैं नहीं कि छो नहीं कि शाह न मोरा औसर लजा राख लो सदना जन तोरा। ले होया कंधा दो डे पईयां ते राजा डर गया। ये फिर यात्रन तुर पिया। ਪ੍ਰੀਖਿਆ ਤੇ ਪ੍ਰੀਖਿਆ ਸ਼ੁਰੂ ਹੋ ਜਾਂਦੀ। ਅੱਗੇ ਕਿਤੇ ਰਿਹਾ ਜਿਹੜੇ ਘਰ, ਉਹ ਜਿਹੜੇ ਘਰ ਬੀਬੀ ਸੀ ਉਹਦੇ ਮਨ 'ਚ ਕੋਈ ਗਲਤ ਭਾਵ ਅਤੇ ਇਹਨੂੰ ਗਲਤ ਪ੍ਰੇਰਨਾ, ਇਹ ਆਪਣੇ ਧਰਮ ਕਾਇਮ ਰਿਹਾ। ਉਹ ਆਪਣੇ ਪਤੀ ਦਾ ਸਿਰ ਵੱਢ ਲਈ ਇਹ ਤੋਂ ਡਰਦਾ। ਜਿਹੜੇ ਧਰਮ ਕਾਇਮ ਰਿਹਾ ਹੁਣ ਰੌਲਾ ਪਾਤਾ, ਅਸੀਂ ਜਿਹਨੂੰ ਲੰਗਰ ਪਾਣੀ ਛਕਾਇਆ ਵਿਸ਼ਰਾਮ ਦਿੱਤਾ, ਮੇਰਾ ਪਤੀ ਮਾਰਤਾ। ਪੰਚਾਇਤ ਇਕੱਠੀ ਹੋ ਗਈ, ਬਾਦਸ਼ਾਹ ਕੋਈ ਉਹ ਕਹਿੰਦੇ ਵੀ ਮਾਰ ਦਿੱਤਾ ਤਾਂ ਕੀ ਐਂ ਦੁੱਖ ਭੋਗਿਆ, ਐਂ ਕਰੋ ਉਹਦੇ ਦੋਨੋਂ ਗੁੱਟ ਵੱਢ ਦਿਓ। ਸਦਨੇ ਗੁੱਟ ਵੱਢ। ਉੱਥੇ ਵਿਚਾਰਾ ਗਿਆ ਕਿਤੇ ਮਾੜਾ ਮੋਟਾ ਰੋਇਆ ਇਲਾਜ, ਜਗਨਨਾਥ ਗਿਆ। ਉੱਥੇ ਜਾ ਕੇ ਅਰਦਾਸ ਕੀਤੀ, ਪਾਤਸ਼ਾਹ ਮੈਂ ਆਪਣਾ ਧਰਮ ਮਾਣ ਰੱਖਣ ਲਈ ਆਹ ਕੁਛ ਹੋਇਆ, ਕਿਰਪਾ ਕਰੋ। ਉਹ ਜਿਲੇ ਨਮਸਕਾਰ ਕੀਤੀ, ਦੋਵੇਂ ਹੱਥ ਰਗੜੇ, ਦੋਵੇਂ ਹੱਥ ਫੇਰ ਆ ਗਏ। ਇਸ ਤਰ੍ਹਾਂ ਕਹਿੰਦੇ ਆ ਜਦੋਂ ਉਹਦੀ ਸ਼ਰਨ ਗ੍ਰਹਿਣ ਕਰ ਲੈਂਦਾ ਹੈ ਅਤੇ ਸਰਮ ਪਈ ਨਾਰਾਇਣ, ਫਿਰ ਉਹਨੂੰ ਲਾਜ ਹੋ ਜਾਂਦੀ ਹੈ।
ਨਾਨਕ ਦਰ ਪਈਓ। ਹੁਣ ਤੇਰੇ ਦਰ ਪੈ ਗਏ ਹਾਂ। ਭੋਗ ਸੁਹੰਦਾ ਸਰਬ ਸੁਖ। ਪੋਹ ਦੇ ਮਹੀਨੇ ਦੁਆਰਾ ਕਹਿੰਦੇ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਪੋਹ ਦਾ ਮਹੀਨਾ ਉਹਨਾਂ ਲਈ ਸੁਹੰਦਾ ਸੁਹਾਵਣਾ ਹੈ। ਜਿਸ ਬਖਸ਼ੇ ਬੇਪਰਵਾਹ, ਜਨ ਉਹਨੂੰ ਬੇਪਰਵਾਹ ਬਖਸ਼ ਲਵੇ। ਹਾਂਜੀ, ਫਿਰ ਅਰਦਾਸ ਕਰੇ ਹਮ ਅਵਗੁਣ ਪਰੇ ਗੁਣ ਨਾਹੀ, ਅੰਮ੍ਰਿਤ ਛਾੜ ਵੇਖੇ ਬੇਖਾਹੀ, ਮਾਇਆ ਮੋਹ ਪਰਮ ਪੈ ਭੂਲੇ ਸੋਧਾ ਰਸ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਲੰਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤੀ ਗੁਰੂ ਰਾਮਦਾਸ ਰਾਖੋ ਸਰਣਾਈ। ਅਰਦਾਸ ਕਰੇ ਕਿ ਪਾਤਸ਼ਾਹ ਕਿ ਸਾਡੇ ਔਗਣ ਬਖਸ਼ੋ, ਪਾਪ ਬਖਸ਼ੋ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਮ ਪਾਪੀ ਵਡ ਗੁਣਵਾਰ। ਜੇਤਾ ਸਮਨ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰੇ ਭਾਵ ਡੁੱਬਦੇ ਪੱਥਰ ਤਾਰੇ। ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੋ ਪਛਾਣ ਸੁਖ ਹੋਵੇ ਦਿਨ ਰਾਤੀ। ਸੱਚੇ ਪਾਤਸ਼ਾਹ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋ ਸਿਆ ਹੋ ਖਨਲੀ ਤੋਂ ਤੂੰ ਉਜਲ ਹੋ ਜੈਸਾ ਤੋ ਨ ਪਾਓ। ਤੁਸੀਂ ਕਿਰਪਾ ਕਰੋ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, हम मूर्ख तुम चतुर क्षण तू सर्व कला का ज्ञाता। माधो हम ऐसे तुम ऐसा, हम पापी तुम पाप खंड नीको ठाकर देसा। तुम सब साजे साज नवाजे जीव पंडे प्राणा, निर्गुण गुण नहीं कोई, तुम दाम दो मेहरबाना। तुम करो भला हम पालन जानो, तुम सदा दयाला, तू सदा दयालु। इस करके सानू रख लो अपने बल, साड़ी लाज रख लो। फिर वो परमेश्वर जड़ा देखदा पे हुणे सिद्धा हो के आ गया, मंदा कपट त्यागता। राखो रखना हार दयाला नानक करके गोले, ये अवस्था बन गई। इस वास्ते वो फिर परमेश्वर अगे जिले अरदास करते हैं, बेनती प्रवान कर लेंदा है तो बेपरवाह, पर फिर दया विच आके बड़े बड़े जोड़े पापी है उन्होंने भी बख्श दिंदा है। इस कह निर्गुण हारे गुण नहीं कोई, तुम दान दो मेहरबाना, तुम करो भला हम भलन ना। तुसीं भला करदे असीं जाणदे नहीं, तुसीं सदा सा दयालु, तुसीं साडी लाज रखो। वो गुरसिख जिले बेनती करते हैं भी हुण तैन अपने हैंकड़ हंकार छड्डता, निमरता गरीबी च आ गया, हुण इहदे च कपट नहीं, तो महाराज फिर मेहर कर देंदे। साहिब मेरा मेहरबान, साहिब मेरा मेहरबान, जी सगल को दे दान, तू काहे डोले प्राणियों, तू राखेगा सिरजनहार। जिन्ना पाई मेदनी सोई करदा सार, वो फिर सार संभाल करदा है। क्योंकि कई बारी फिर जिहड़े राजनीतिक लोग आ, जिले शक्ति मिलती है गरीब प्रजा दे जुल्म करते हैं, तो जो प्रजा अरदास करती है निमरता ना, फिर अरदास सुन के वो अपनी प्रजा की रक्षा भी करता। कोई सेवक भगत करे उसकी भी लाज रखता है। सो अज भाई ये पोह दी संगरांद का दिहाड़ा है। पिछला महीना गुरु कृपा ना सुख शांति ना बीतिया। महाराज के चरणों अरदास करिए सच्चे पातशाह ये जोड़ा महीना चढ़िया भी सुख शांति का बतीत करो कराओ। जगत जलंदा रख ले अपनी कृपा तार, जित द्वारे उभरे तितैले हो आवार। उहदे अगे बेनतियां करनियां, अरदास करनी है कि सच्चे पातशाह तुसीं दयालु आ, साडे च बहुत औगण आ, पाप आ, बख्श दिओ, रहमत कर दिओ, दया कर दिओ। ते भले बुरे हम थारे तुहाडे ही हैं, लाज रखो। तो महाराज दयालु आ, किरपा कर देंदे है। सो इन्नियां बेनतियां साध संगत प्रवान करन। महाराज सच्चे पातशाह सारी संगत नूं नामदान सिक्खीदान भरोसा तंदुरुस्ती बख्शण। सब दियां हाजरियां सच्ची दरगाह च प्रवान करन। सारे सेवादारां संगतां दा भला और खालसा पंथ एकता इतफाक प्यार चढ़दी कला बख्शिश करन। वाहिगुरू जी का खालसा, वाहिगुरू जी की फतेह।